एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है पी सच नानक होसी पी सच। डंडौत बंधन अनक बार सर्व कला समरथ डोलन ते राखो प्रभु नानक दे कर हथ डोलन ते राखो प्रभु नानक दे कर हथ। सन्मान योग गुरु रूप सत्संग जीओ, कुछ समा गुरु के विचारां आप जी नूं सरवण करा सकां उस तो पहले 10वें पातशाह दी बख्शिश कीती होई पावन पवित्र फतेह सनिमर प्रवान करनी। वाहिगुरू जी का खालसा वाहिगुरू जी की फतेह। भगत कबीर साहब जी का एक पावन शब्द है जिस विच भगत कबीर जी ने माया का जिक्र किया है कि माया किस किस दे उत्ते व्यापदी पई है। क्योंकि असी विचार शुरू किया होया गुरु ग्रंथ साहब दे विच आए हुए जीव जंतुओं की विचार। पहले दास ने ये छड्ड दिता सी भी शायद शेर ते चीते इक्को ही कैटेगरी विच आ जाणगे, पर फिर चीता एक अलग जानवर है। चीते का भी गुरबाणी दे विच जिक्र आया है। इस वास्ते फिर एक वखरा एपीसोड सानू बनाना पिया है। अज भगत कबीर साहब जी की बाणी दे विच चीते का जिक्र आया है। गुरु ग्रंथ साहब विच केवल इक्को ही पंक्ति चीते की मिलती है। माया का जिक्र किया है कि माया किस किस दे उत्ते व्यापदी है। माया ने किस किस नू अपनी पकड़ दे विच लिया होया। भगत कबीर साहब जी का पावन शब्द है पैरो राग दे विच। भगत कबीर कहंदे ने जल मह मीन माया के बेधे दीपक पतंग माया के छेदे काम माया कुंचर को व्यापे पुयंगम प्रिंग माया मह खापे। माया ऐसी मोहनी पाई जेते जी तेते डहकाई। रहाओ दियां पंक्तियां हैं। रहाओ पंखी मृग माया महराते साकर माखी अधिक संतापे तुरे उष्ट माया मह पेला सिद्ध 84 माया मह खेला। छी जति माया के बंदा नवे नात सूरज अर चंदा सब माया दे विच ग्रसे होए हन। तपे तपीसर माया मह सूता माया मह काल अर पंच दूता सब माया दे विच। क्योंकि
ਸਾਰੇ ਸ਼ਬਦ ਦੀ ਵਿਆਖਿਆ ਕਰਾਂਗੇ ਤਾਂ ਬਹੁਤ ਵੱਡਾ ਸਬਜੈਕਟ ਬਣ ਜਾਣਾ। ਫਿਰ ਅਸੀਂ ਜੋ ਪੰਕਤੀਆਂ ਅੱਜ ਲੈਣੀਆਂ ਹਨ, ਬੰਤਰ ਚੀਤੇ ਅਰ ਸਿੰਘਾਤਾ, ਸਵਾਨ ਸਿਆਲ ਮਾਇਆ ਮਹਿਰਾਤਾ, ਬੰਤਰ ਚੀਤੇ ਅਰ ਸਿੰਘਾਤਾ, ਮਾਂਜਾਰ ਗਾਡਰ ਅਰ ਲੂਬਰਾ, ਬਿਰਖ ਮੂਲ ਮਾਇਆ ਮੈਂ ਪਰਾ। ਇਸ ਦੇ ਵਿੱਚ ਬੰਤਰ ਚੀਤੇ ਅਰ ਸਿੰਘਾਤਾ, ਬੰਤਰ ਬਾਂਦਰ ਨੂੰ ਕਹਿੰਦੇ ਨੇ, ਚੀਤੇ ਚੌਪਾਇਆ ਜਾਨਵਰ ਹੈ। ਇਹ ਬਿੱਲੀ ਦੀ ਪ੍ਰਜਾਤੀ ਦਾ ਜਾਨਵਰ ਹੈ। ਜੈਸੇ ਸਾਇੰਟਿਸਟਾਂ ਕੋਲੋਂ ਅਗਰ ਅਸੀਂ ਸੁਣੀਏ ਤਾਂ ਕਹਿੰਦੇ ਨੇ ਬਿਗ ਕੈਟਸ, ਲਿਟਲ ਕੈਟਸ, ਬਿਗ ਕੈਟਸ। ਜਿਵੇਂ ਛੋਟੀਆਂ ਬਿੱਲੀਆਂ ਹੁੰਦੀਆਂ ਨੇ, ਇਸ ਤਰ੍ਹਾਂ ਵੱਡੀਆਂ ਬਿੱਲੀਆਂ ਦੇ ਵਿੱਚ ਸ਼ੇਰ ਹੈ, ਬਾਘ ਹੈ, ਚੀਤਾ ਹੈ, ਤੇਂਦੂਆ ਹੈ, ਬਗੀਰਾ ਹੈ, ਇਹਨਾਂ ਨੂੰ ਰੱਖਿਆ ਜਾਂਦਾ ਹੈ ਬਿਗ ਕੈਟਸ ਦੇ ਵਿੱਚ, ਵੱਡੀਆਂ ਬਿੱਲੀਆਂ। ਚੀਤੇ ਨੂੰ ਅਸੀਂ ਸਭ ਤੋਂ ਫੁਰਤੀਲੇ ਜਾਨਵਰ ਦੇ ਰੂਪ ਵਿੱਚ ਜਾਣਦੇ ਹਾਂ। ਜਿਤਨੀ ਤੇਜ਼ ਇਹ ਦੌੜ ਸਕਦਾ ਹੈ, ਸ਼ਾਇਦ ਹੋਰ ਕੋਈ ਜਾਨਵਰ, ਚੌਪਾਇਆ ਜਾਨਵਰ ਇਤਨੀ ਤੇਜ਼ ਨਹੀਂ ਦੌੜ ਸਕਦਾ ਹੈ। ਇਹਦੇ ਵਿੱਚ ਫੁਰਤੀ ਬੜੀ ਹੈ। ਚੀਤਾ ਤੇਜ਼ ਰਫ਼ਤਾਰ ਨਾਲ ਜਦੋਂ ਦੌੜਨਾ ਸ਼ੁਰੂ ਕਰਦਾ ਹੈ ਸ਼ਿਕਾਰ ਦੇ ਪਿੱਛੇ, 100 ਕਿਲੋਮੀਟਰ ਤੋਂ ਵੀ ਉੱਪਰ ਇਸ ਦੀ ਸਪੀਡ ਪਹੁੰਚ ਜਾਂਦੀ ਹੈ। ਕਈ 120 ਕਿਲੋਮੀਟਰ ਤੱਕ ਵੀ ਦੱਸਦੇ ਨੇ, ਪਰ 100 ਦੇ ਕਰੀਬ ਜਾਂ 100 ਤੋਂ ਉੱਪਰ ਤੱਕ ਪਹੁੰਚ ਜਾਂਦੀ ਹੈ ਸਪੀਡ। ਔਰ ਇਹ ਸਪੀਡ ਕੇਵਲ 30 ਸਕਿੰਟਾਂ ਦੇ ਵਿੱਚ ਇਤਨੀ ਸਪੀਡ 'ਤੇ ਪਹੁੰਚ ਜਾਂਦਾ ਹੈ। ਸਿਰਫ 30 ਸੈਕਿੰਡ ਦੇ ਵਿੱਚ ਇਤਨੀ ਸਪੀਡ ਨੂੰ ਪਕੜ ਲੈਂਦਾ ਹੈ। ਪਰ ਵਿਗਿਆਨਕਾਂ ਦਾ ਇਹ ਵੀ ਕਹਿਣਾ ਹੈ ਕਿ ਫੁੱਲ ਸਪੀਡ ਜਿਹੜੀ ਦੀ 100 ਤੋਂ ਉੱਪਰ ਜਾਂ 100 ਦੇ ਕਰੀਬ ਸਪੀਡ ਹੈ, ਇਤਨੀ ਸਪੀਡ ਵਿੱਚ ਕੇਵਲ 30 ਸੈਕਿੰਡ ਤੱਕ ਹੀ ਦੌੜ ਪਾਉਂਦਾ ਹੈ, ਸਿਰਫ 30 ਸੈਕਿੰਡ ਤੱਕ। ਅਗਰ ਇਤਨੇ ਸਮੇਂ ਦੇ ਵਿੱਚ ਇਸਨੇ ਸ਼ਿਕਾਰ ਪਕੜ ਲਿਆ ਤਾਂ ਠੀਕ ਹੈ, ਨਹੀਂ ਤਾਂ ਸਰੀਰ ਦੀ ਧੜਕਣ ਇਤਨੀ ਵੱਧ ਜਾਂਦੀ ਹੈ, ਫਿਰ ਇਸ ਨੂੰ ਘੱਟ ਤੋਂ ਘੱਟ 2 ਘੰਟੇ ਆਰਾਮ ਕਰਨਾ ਪੈਂਦਾ ਹੈ ਸਰੀਰ ਨੂੰ ਨੋਰਮਲ ਕਰਨ ਵਾਸਤੇ। 2 ਘੰਟੇ ਆਰਾਮ ਕਰੇਗਾ ਤਾਂ ਫਿਰ ਕਿਸੇ ਦੂਸਰਾ ਸ਼ਿਕਾਰ ਪਕੜ ਸਕੇਗਾ। ਜਦ ਇਹ ਦੌੜਦਾ ਹੈ ਤਕਰੀਬਨ ਕੋਈ 7 ਮੀਟਰ ਲੰਬੀ ਛਲਾਂਗ ਲਾ ਦਿੰਦਾ, 7 ਮੀਟਰ ਤੱਕ, ਜਿਹੜੇ ਕਿ 23 ਫੁੱਟ ਦੇ ਕਰੀਬ ਬਣ ਜਾਂਦੇ ਹਨ। ਇਤਨੀ ਲੰਬੀ ਇਹ ਛਲਾਂਗ ਇੱਕੋ ਵਾਰੀ ਚਲਾ ਦਿੰਦਾ ਹੈ। ਮਾਦਾ ਚੀਤਾ 4 ਤੋਂ 6 ਬੱਚਿਆਂ ਨੂੰ ਜਨਮ ਦਿੰਦੀ ਹੈ। 4 ਬੱਚੇ ਤਾਂ ਆਮ ਇਹਦੇ ਦੇਖਣ ਵਿੱਚ ਆਉਂਦੇ ਹਨ, ਕਈ ਵਾਰ 5-6 ਤੱਕ ਵੀ ਬੱਚੇ ਹੋ ਜਾਂਦੇ ਨੇ। ਬੱਚਿਆਂ ਨੂੰ ਪਾਲਣ ਦੀ ਸਾਰੀ ਜ਼ਿੰਮੇਦਾਰੀ ਮਾਂ ਦੀ ਹੁੰਦੀ ਹੈ, ਮਾਦਾ ਚੀਤਾ ਦੀ ਹੈ। ਨਰ ਚੀਤਾ ਕੁਛ ਨਹੀਂ ਕਰਦਾ ਹੈ, ਬਲਕਿ ਮਾਦਾ ਚੀਤਾ ਬਿਲਕੁਲ ਅਲੱਗ ਰਹਿੰਦੀ ਹੈ, ਇਕੱਲਿਆਂ। ਇਹ ਝੁੰਡ ਬਣਾ ਕੇ ਨਹੀਂ ਰਹਿੰਦੇ, ਜਿਵੇਂ ਸ਼ੇਰ ਗਰੁੱਪ ਬਣਾ ਕੇ, ਝੁੰਡ ਬਣਾ ਕੇ ਰਹਿੰਦੇ ਨੇ, ਚੀਤੇ ਝੁੰਡ ਨਹੀਂ ਬਣਾਉਂਦੇ ਹਨ। ਮਾਦਾ ਅਲੱਗ ਰਹਿੰਦੀ ਏ। ਨਰ ਚੀਤੇ 4-4, 5-5 ਦੇ ਝੁੰਡ ਬਣਾ ਕੇ ਉਹ ਜ਼ਰੂਰ ਇਕੱਠੇ ਰਹਿੰਦੇ ਨੇ, ਪਰ ਮਾਦਾ ਨਾਲ ਨਹੀਂ ਰਹਿੰਦੀ ਹੈ। ਉਹ ਬੱਚਿਆਂ ਨੂੰ ਸ਼ਿਕਾਰੀਆਂ ਤੋਂ ਖਤਰਾ ਬੜਾ ਹੁੰਦਾ, ਚੀਤੇ ਦੇ ਬੱਚਿਆਂ ਨੂੰ। ਜਿਵੇਂ ਸ਼ੇਰ ਹੈ, ਲਕੜਬੱਗੇ ਨੇ, ਸ਼ਿਕਾਰੀ ਕੁੱਤੇ ਨੇ, ਬਬੂਨ ਬਾਂਦਰ ਨੇ, ਬਾਜ ਨੇ, ਹੋਰ ਇਸ ਤਰ੍ਹਾਂ ਦੇ ਕਈ ਜਾਨਵਰ ਚੀਤੇ ਦੇ ਬੱਚਿਆਂ ਦਾ ਸ਼ਿਕਾਰ ਬਹੁਤ ਕਰਦੇ ਹਨ। ਇਹੀ ਕਾਰਨ ਹੈ ਕਿ ਕੇਵਲ
5% ਚੀਤੇ ਦੇ ਬੱਚੇ ਵਯਸਕ ਹੋ ਪਾਉਂਦੇ ਨੇ, 100 ਵਿੱਚੋਂ 5। ਇਸ ਤੋਂ ਜ਼ਿਆਦਾ ਨਹੀਂ, ਕਿਉਂਕਿ ਖਤਰੇ ਬੜੇ ਹਨ ਇਹਨਾਂ ਦੇ ਉੱਤੇ, ਬਹੁਤ ਖਤਰਾ ਹੈ। ਇਸ ਵਾਸਤੇ ਹੀ ਚੀਤੇ ਕਈ ਦੇਸ਼ਾਂ ਦੇ ਵਿੱਚੋਂ ਬਿਲਕੁਲ ਵਿਲੁਪਤ ਹੋ ਚੁੱਕੇ ਹਨ। ਏਸ਼ੀਆ ਵਿੱਚ ਤਾਂ ਮਿਲਦੇ ਹੀ ਨਹੀਂ ਨੇ, ਅਗਰ ਮਿਲਦੇ ਵੀ ਹਨ ਤਾਂ ਬਹੁਤ ਘੱਟ, ਕੇਵਲ ਈਰਾਨ ਦੇ ਵਿੱਚ ਚੀਤੇ ਮਿਲਦੇ ਹਨ, ਸਿਰਫ ਈਰਾਨ ਵਿੱਚ। ਬਾਕੀ ਅਫਰੀਕਾ ਦੇ ਜੰਗਲਾਂ ਦੇ ਵਿੱਚ ਚੀਤੇ ਬਹੁਤਾਤ ਵਿੱਚ ਮਿਲਦੇ ਨੇ, ਪਰ ਉਹਨਾਂ ਦੀ ਵੀ ਗਿਣਤੀ ਬਹੁਤ ਘੱਟ ਹੈ, ਵਿਲੁਪਤ ਹੋਣ ਦੀ ਕਗਾਰ 'ਤੇ ਨੇ। ਇਹਨਾਂ ਦਾ ਸੰਰਕਸ਼ਣ ਕੀਤਾ ਜਾ ਰਿਹਾ, ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਬਹੁਤ, ਕਿਉਂਕਿ ਇਹਨਾਂ ਦਾ ਬੱਚਿਆਂ ਦਾ ਤੇ ਸ਼ਿਕਾਰ ਪਸ਼ੂ ਕਰਦੇ ਹਨ, ਪਰ ਇਹਨਾਂ ਦੇ ਚੀਤੇ ਦਾ ਸ਼ਿਕਾਰ ਮਨੁੱਖ ਵੀ ਬਹੁਤ ਕਰਦਾ ਹੈ। ਇਸ ਵਾਸਤੇ ਇਸ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਬੱਚਿਆਂ ਦੇ ਉੱਤੇ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ। ਤਾਂ ਚੀਤਿਆਂ ਦੀ ਜਿਹੜੀ ਮਾਂ ਹੁੰਦੀ ਹੈ, ਬੱਚਿਆਂ ਦੀ ਮਾਂ, ਉਹ ਹਰ ਤੀਜੇ ਚੌਥੇ ਦਿਨ ਉਹਨੂੰ ਘਰ ਬਦਲਣਾ ਪੈਂਦਾ ਵੇ। ਬੱਚਿਆਂ ਨੂੰ ਮੂੰਹ ਵਿੱਚ ਰੱਖ ਕੇ, ਮੂੰਹ ਵਿੱਚ ਪਕੜ ਕੇ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਲਿਜਾਣਾ, ਫਿਰ ਸ਼ਿਕਾਰ ਕਰਨ ਜਾਣਾ। ਪਿੱਛੋਂ ਬੱਚਿਆਂ ਨੂੰ ਖਤਰਾ ਹੁੰਦਾ ਹੈ, ਇਹਨੂੰ ਬਾਰ-ਬਾਰ ਘਰ ਬਦਲਣੇ ਪੈਂਦੇ ਹਨ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ। ਚੀਤਾ ਸ਼ੇਰ ਦੀ ਤਰ੍ਹਾਂ ਰਾਤ ਨੂੰ ਸ਼ਿਕਾਰ ਨਹੀਂ ਕਰਦੇ ਹਨ, ਕਿਉਂਕਿ ਚੀਤੇ ਨੂੰ ਰਾਤ ਨੂੰ ਪੂਰਾ ਦਿਖਾਈ ਨਹੀਂ ਦਿੰਦਾ ਹੈ। ਚੀਤੇ ਦਿਨ ਵੀ ਸ਼ਿਕਾਰ ਕਰਦੇ ਨੇ, ਜਾਂ ਸਵੇਰੇ ਸਵੇਰੇ ਕਰ ਲੈਣ ਜਾਂ ਦੁਪਹਿਰ ਵੇਲੇ ਕਰਦੇ ਹਨ, ਕਿਉਂਕਿ ਉਸ ਵਕਤ ਜਿਹੜੇ ਹੋਰ ਜੰਗਲੀ ਸ਼ਿਕਾਰੀ ਜਾਨਵਰ ਨੇ, ਜਿਵੇਂ ਸ਼ੇਰ ਹੈ, ਬਾਘ ਹੈ, ਲੱਕੜਬੱਗੇ ਨੇ, ਸ਼ਿਕਾਰੀ ਕੁੱਤੇ ਨੇ, ਇਹ ਸਭ ਰਾਤ ਨੂੰ ਸ਼ਿਕਾਰ ਕਰਦੇ ਨੇ, ਦਿਨ ਨੂੰ ਆਰਾਮ ਕਰਦੇ ਹਨ। ਚੀਤਾ ਕਿਉਂਕਿ ਹੈ ਤਾਂ ਬੜਾ ਫੁਰਤੀਲਾ ਜਾਨਵਰ ਹੈ, ਤੇਜ਼ ਦੌੜਦਾ ਹੈ ਬੜਾ, ਪੇੜ 'ਤੇ ਵੀ ਚੜ੍ਹ ਜਾਂਦਾ ਹੈ, ਲੇਕਿਨ ਚੀਤਾ ਕਿਸੇ ਦਾ ਮੁਕਾਬਲਾ ਨਹੀਂ ਕਰ ਸਕਦਾ ਹੈ। ਚੀਤਾ ਮੁਕਾਬਲਾ ਨਹੀਂ ਕਰ ਸਕਦਾ ਹੈ। ਮੈਂ ਬਹੁਤ ਵਾਰੀ ਡਿਸਕਵਰੀ ਦੇ ਉੱਪਰ ਚੀਤੇ ਦਾ ਪ੍ਰੋਗਰਾਮ ਮੈਂ ਵੇਖਿਆ ਵੇ, ਕਦੀ ਵੀ ਇਹਨੂੰ ਕਿਸੇ ਨਾਲ ਮੁਕਾਬਲਾ ਕਰਦਿਆਂ ਹੋਇਆਂ, ਲੜਦਿਆਂ ਹੋਇਆਂ ਨਹੀਂ ਵੇਖਿਆ। ਇਹ ਬਹੁਤ ਜਲਦੀ ਡਰ ਜਾਂਦਾ ਹੈ, ਬਹੁਤ ਜਲਦੀ। ਐਸਾ ਮੰਨਿਆ ਜਾਂਦਾ ਕਿ ਅਗਰ 10 ਵਾਰੀ ਚੀਤਾ ਸ਼ਿਕਾਰ ਕਰਦਾ ਹੈ ਤਾਂ 2 ਵਾਰੀ ਹੀ ਆਪ ਖਾਂਦਾ ਹੈ, ਸਿਰਫ 2 ਵਾਰੀ। 8 ਵਾਰੀ ਇਹਦੇ ਕੋਲੋਂ ਦੂਜੇ ਜਾਨਵਰ ਖੋ ਕੇ ਲੈ ਜਾਂਦੇ ਨੇ, ਦੂਸਰੇ ਜਾਨਵਰ। ਇੱਕ ਲੱਕੜਬੱਗਾ ਇੱਕ ਚੀਤੇ ਨੂੰ ਦੌੜਾ ਦਿੰਦਾ ਔਰ ਉਹਦਾ ਸ਼ਿਕਾਰ ਖੋ ਕੇ ਲੈ ਜਾਂਦਾ ਵੇ, ਇੱਕੋ ਹੀ ਲੱਕੜਬੱਗਾ। ਜਦ ਕਿ ਲੱਕੜਬੱਗਾ ਛੋਟਾ ਹੁੰਦਾ ਹੈ, ਚੀਤਾ ਵੱਡਾ ਹੁੰਦਾ ਵੇ, ਲੇਕਿਨ ਚੀਤੇ ਦੇ ਵਿੱਚ ਮੁਕਾਬਲਾ ਕਰਨ ਦੀ, ਲੜਨ ਦੀ ਸ਼ਕਤੀ ਨਹੀਂ ਹੈ ਇਹਦੇ ਵਿੱਚ। ਇਹ ਬੜੀ ਜਲਦੀ ਡਰ ਜਾਂਦਾ ਵੇ। ਇੱਥੋਂ ਤੱਕ ਕਿ ਚੰਦ 2-4 ਬਾਂਦਰ ਮਿਲ ਕੇ ਚੀਤੇ ਨੂੰ ਡਰਾ ਦਿੰਦੇ ਨੇ, ਜੰਗਲੀ ਕੁੱਤੇ 2-4 ਮਿਲ ਕੇ ਇਸ ਨੂੰ ਦੌੜਾ ਦਿੰਦੇ ਹਨ, ਇਹ ਨੱਸ ਜਾਂਦਾ ਸ਼ਿਕਾਰ ਛੋੜ ਕੇ। ਇੱਥੋਂ ਤੱਕ ਕਿ ਗਿੱਧ ਜੋ ਪੰਛੀ ਹੈ, ਉਹ ਵੀ ਚੀਤੇ ਕੋਲੋਂ ਸ਼ਿਕਾਰ ਖੋ ਲੈਂਦੇ ਨੇ। ਅਗਰ 2-4-5 ਗਿੱਧ ਮਿਲ ਜਾਣ ਨਾ, ਤਾਂ ਚੀਤੇ ਦਾ ਕੀਤਾ ਹੋਇਆ ਸ਼ਿਕਾਰ ਖੋ ਕੇ ਤੇ ਇਸ ਨੂੰ ਦੌੜਾ ਦਿੰਦੇ ਨੇ ਉੱਥੋਂ। ਚੀਤੇ ਦੇ ਵਿੱਚ ਤਾਕਤ ਹੈ, ਦੌੜਦਾ ਬੜੀ ਤੇਜ਼ ਹੈ, ਫੁਰਤੀ ਬੜੀ ਹੈ, ਲੇਕਿਨ ਮੁਕਾਬਲਾ ਕਰਨ ਦਾ ਇਹਦੇ ਕੋਲ ਸਾਹਸ ਨਹੀਂ ਹੈ। ਇਹਦੇ ਕੋਲ ਇਹਨੂੰ ਹਰ ਵਕਤ ਡਰ ਲੱਗਦਾ ਰਹਿੰਦਾ ਹੈ, ਹਰ ਵਕਤ ਡਰਿਆ ਰਹਿੰਦਾ ਹੈ। ਕਦੀ ਦੇਖਣਾ ਚੀਤੇ ਨੂੰ ਉੱਚੇ ਟਿੱਲਿਆਂ 'ਤੇ ਬੈਠੇਗਾ, ਹਰ ਵਕਤ ਗਰਦਨ ਘੁਮਾ ਕੇ ਚਾਰੋਂ ਪਾਸੇ ਵੇਖਦਾ ਰਹਿੰਦਾ, ਕਿਧਰੋਂ ਕੋਈ ਖਤਰਾ ਨਾ ਆ ਜਾਵੇ, ਕੋਈ ਮੈਨੂੰ ਮਾਰ ਨਾ ਦੇਵੇ,
कोई मेरे बच्चियां ते अटैक ना कर देवे, कोई मेरा शिकार खो के ना लै जावे। ये हर वक्त डरदा ही रहिंदा है। शिकार तो बहुत करता है बेचारा, बॉडी भी इसकी चीते वर्गी बॉडी किसी की भी नहीं है। जितनी टाइट मसल्स और जितनी दौड़न की ताकत चीते दे कोल है किसी होर कोल नहीं है। लेकिन इहदे कोल मुकाबला करन दी शक्ति नहीं है, ताकत नहीं है। कई मनुख भी इस तरह ही होंदे ने जिन्हां कोल ताकत तो बड़ी होंदी है, फुर्ती भी बड़ी है, काम धंधा भी बहुत करते हैं, पर हर वक्त जिवें डरे डरे, हर वक्त किधरों कोई खतरा ना आ जाए, किधरों कोई मेरे उत्ते अटैक ना कर दे, किधरे कोई खो के ना लै जाए, हर वक्त डरे ही रहने। जैसे भगत कबीर साहब कहते ना कि इहदे चीते दे उत्ते भी माया दा असर है। माया स्वान स्याल माया महराता, बंतर चीते अर सिंघाता। भावें चीता है, बंदर है, शेर है, माया दा असर उत्ते बड़ा है। माया दा असर ते माया दे असर कारण ये फसिया होया माया दे विच। बंदा जितना माया दे विच फसिया होवे ना, उन्हें खतरा भी उतना ही ज़्यादा हुंदा है, उसकी चिंता का कारण भी उतना ही ज़्यादा हुंदा है। जितनी माया की पकड़ होवेगी उतना ही अंदर खतरा होवेगा, उतना ही अंदर डर होंदा है। जितनी माया की पकड़ है, जितनी धन की पकड़ है, जितनी परिवार की पकड़ है, उतनी अंदर चिंता डर हर वक्त। चीता जिहड़ा शब्द है ना, चीता, इहदे उत्ते अगर बिंदी ला दी जाए, टिप्पी ला दी ऐसी, तो ये चीता चिंता बन जाता है। चिंता जिवें चीते नूं हर वक्त चिंता रहिंदी, हर वक्त घबराया होया, डरिया होया, सहमिया होया, भावें ताकत बड़ी है अंदर, पर इनू अपने आप ते विश्वास नहीं है, हर वेले चिंता च रहिंदा वे। मनुख ही माया दे विच फसिया होया हर वक्त डरदा ही रहिंदा है, हर वक्त चिंता इसनूं सतांदी रहिंदी है। किधरे कोई धन खो के ना लै जावे, किधरे कोई परिवार ते कोई मुसीबत ना आ जावे, किधरे काम धंधा ठप ना हो जावे, किधरे घाटा ना पै जावे। प्रॉपर्टी तो बना लीए पर हुण अंदर खतरा बनिया होया है, इनकम टैक्स ही ना छापा मार देवे। कई तरह दे हर वक्त अंदर डर, अंदर चिंता बनी रहती है। काम तो बड़े करता है, फुर्ती बड़ी है, स्पीड बड़ी है, लेकिन मुसीबतां दा मुकाबला करन दी अंदर हिम्मत कोई नहीं है। अगर है भी है तो उसका इस्तेमाल नहीं करता है, अगर है भी है तो। चिंता गुरु तेग बहादुर साहब महाराज कहते हैं कि चिंता मनुख नूं उस चीज़ की करनी चाहिए जे कोई अनहोनी तेरे नाल होंदी होवे तां। अनहोनी चिंता ताकि कीजिए जो अनहोनी होए। गुरु तेग बहादुर साहब महाराज कहते हैं कि चिंता उस चीज़ की करो जे तेरे नाल कोई अनहोनी होंदी होवे। तो महाराज इत्थे कह रहे हैं कि अनहोनी किसे नाल नहीं होंदी है, जो कुछ भी होंदा है वो होनी होंदी है। होनहार सो होई है, जो होना होंदा है वही होंदा है, जो नहीं होना होंदा वो नहीं होंदा है। फिर मनुख दे विच ऐसी कोई ताकत नहीं है कि जो होण वाला है, जो होनी है उन्होंने अनहोनी कर देवे, या अनहोनी गल नूं होनी कर देवे।
ਮਨੁੱਖ ਦੇ ਵਿੱਚ ਐਸੀ ਕੋਈ ਤਾਕਤ ਨਹੀਂ ਹੈ। ਸ਼ਬਦ ਮੈਂ ਫਿਰ ਦੁਹਰਾ ਦਿੰਦਾ, ਮਨੁੱਖ ਕੋਲ ਐਸੀ ਕੋਈ ਤਾਕਤ ਨਹੀਂ ਹੈ ਕਿ ਅਣਹੋਣੀ ਨੂੰ ਹੋਣੀ ਕਰ ਦੇਵੇ ਜਾਂ ਹੋਣੀ ਨੂੰ ਅਣਹੋਣੀ ਕਰ ਦੇਵੇ। ਐਸੀ ਕੋਈ ਤਾਕਤ ਨਹੀਂ ਹੈ। ਇਹ ਕੇਵਲ ਪਰਮਾਤਮਾ ਹੀ ਕਰ ਸਕਦਾ ਹੈ, ਬਸ ਹੋਰ ਕੋਈ ਨਹੀਂ ਕਰ ਸਕਦਾ ਹੈ, ਸਿਰਫ ਪਰਮਾਤਮਾ। ਮਹਾਰਾਜ ਕਹਿੰਦੇ ਨੇ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਚਿੰਤਾ ਤੇ ਉਸ ਚੀਜ਼ ਦੀ ਕਰ ਜੇ ਤੇਰੇ ਨਾਲ ਕੋਈ ਅਨਹੋਣੀ ਹੁੰਦੀ ਹੋਵੇ। ਤੇ ਮਹਾਰਾਜ ਕਹਿੰਦੇ ਨੇ ਅਨਹੋਣੀ ਨਹੀਂ ਹੁੰਦੀ, ਜੋ ਕੁਝ ਵੀ ਹੁੰਦਾ ਸਭ ਹੋਣਾ ਹੀ ਹੁੰਦਾ ਹੈ, ਉਹ ਸਭ ਹੋਣਾ ਹੀ ਹੁੰਦਾ ਹੈ। ਅਗਰ ਇੱਕ ਬੱਚਾ जवान हो गया तो उन्हें होना ही सी उन्हें। जवान अगर एक बुढ़ा हो गया है तो उन्हें होना ही सी। अगर एक बुढ़ा मर गया है, ख़त्म हो गया है, उन्हें एक दिन मरना ही सी उन्हें। ये होनी है। इस होनी नूं कोई अनहोनी नहीं कर सकता। एक बच्चा जवान हो गया है, उस जवान नूं कोई बच्चा नहीं बना सकता है, नहीं हो सकता है। एक जवान बुढ़ा हो गया, बुढ़े नूं कोई जवान नहीं कर सकता। एक बुढ़ा अगर मर गया तो उन्होंने कोई जिंदा नहीं कर सकता है, कोई मुश्किल है काम। सतगुरु कहते हैं कि ये सब कुछ जो कुछ हो रहा है वो होनी हो रही है, अनहोनी कुछ भी नहीं होती है। अनहोनी कुछ भी नहीं हो गया। अगर दुख आ गया है तो दुख आना ही सी, अगर सुख मिले तो सुख मिलना सी। ये कोई अनहोनी नहीं है गल। पर बंदा आखदा भी मेरे नाल अनहोनी हो गई है, मेरे नाल तो बड़ी अनहोनी हो गई, मैनू दुख मिल गया अनहोनी हो गई, घाटा पै गया अनहोनी हो गई, बीमार हो गया अनहोनी हो गई है। अनहोनी कुछ भी नहीं होती है। सब जो कुछ होना होंदा है वही होंदा है, अनहोनी कुछ भी नहीं होती। महाराज कहते ने, चिंता ताकि कीजिए जो अनहोनी होए। जे अनहोनी गल होवे तो चिंता कर, जे होनी हो रही है तो फिर चिंता किहड़ी गल दी है। पर महाराज कहते हैं कि बड़े बड़े जो दिसे लोग तिनको व्यापे चिंता रोग। बड़े बड़े लोगों को असीं देखते हैं ना, तो सब चिंता दे विच ग्रसे हुए हैं, सारी चिंता दे विच हर वक्त। एक गरीब बंदा सोचता है भी शायद अमीर सुखी है, तो महाराज कहते हैं वो भी सुखी कोई नहीं है। एक छोटे घर विच रहन वाला सोचता है शायद वड्डे घरां वाले सुखी ने, पर सुखी उत्थे भी कोई नहीं है। एक शहर का बंदा सोचता है शायद दूजे शहर के लोग सुखी ने, मैं भी उत्थे चला जावां शायद सुख मिल जाएगा, सुखी वो भी नहीं हैं। एक देश के बंदे सोचते ने शायद दूजे देश के बंदे बड़े सुखी ने, सुखी वो भी नहीं हैं, कोई सुखी नहीं है। लेकिन हर वक्त बंदे दे अंदर चिंता चलती पई है, हर वक्त चिंता। और चिंता दे दो कारण दास दे उस्ताद ज्ञानी संत सिंह जी मस्कीन साहब जी ने सानू सिखाए। चिंता दे मूल दो कारण ने, बस दो कारण। मैं चाहना ऐसा होवे, मैं चाहना ऐसा होवे, पर अंदर चिंता बनी हुई है मता ना होवे, ये चिंता का कारण है। मैं चाहना ऐसा ना होवे, पर अंदर चिंता बनी हुई है मता हो जावे, ये चिंता के दो कारण हैं। मैं चाहना ऐसा होवे लेकिन अंदर चिंता बनी हुई है मता ना होवे। मैं चाहना ऐसा ना होवे पर अंदर चिंता बनी हुई है
ਮਤਾ ਹੋ ਜਾਵੇ ਤਾਂ ਹਰ ਬੰਦਾ ਚਿੰਤਾ ਦੇ ਵਿੱਚ ਹੈ। ਹਰ ਵਕਤ ਚਿੰਤਤ ਹੀ ਦਿਸੇ ਸਭ ਕੋਏ। ਹਰ ਬੰਦਾ ਚਿੰਤਾ ਦੇ ਵਿੱਚ ਨਜ਼ਰ ਆ ਰਿਹਾ ਹੈ। ਹਰ ਵਕਤ ਬੰਦਾ ਦੁਖੀ ਹੈ। ਦੁਖੀ ਕਿਉਂ ਹੈ? ਚਿੰਤਾ ਹੈ। ਚਿੰਤਾ ਚਿਤਾ ਬਣਾ ਦਿੰਦੀ ਹੈ। ਚਿਤਾ ਦੇ ਵਿੱਚ ਮੁਰਦੇ ਸੜ ਜਾਂਦੇ ਹਨ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਆਉਣ ਵਾਲੇ ਦਾ ਸਹਿਮ ਪਿਆ, ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ। ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ, ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਪਾਵੇ। ਕੁਛ ਬੰਦੇ ਦੇ ਕੋਲ ਪੁਰਾਣੀਆਂ ਯਾਦਾਂ ਦੀ ਚਿੰਤਾ ਹੁੰਦੀ ਹੈ, ਕੁਛ ਆਉਣ ਵਾਲੇ ਸਮੇਂ ਦੀ ਬੰਦੇ ਦੇ ਕੋਲ ਚਿੰਤਾ ਹੁੰਦੀ ਹੈ। ਪਤਾ ਨਹੀਂ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਣਾ ਹੈ। ਕੁਛ ਬੀਤ ਗਏ ਸਮੇਂ ਦੀ ਬੰਦੇ ਨੂੰ ਚਿੰਤਾ ਹੁੰਦੀ ਹੈ, ਜੋ ਬੀਤ ਗਿਆ ਵੇ ਸਮਾਂ। ਉਦੋਂ ਤਾਂ ਮੈਂ ਇਤਨਾ ਸੁੱਖ ਵੀ ਸਾਂ, ਇਤਨਾ ਪੈਸਾ ਸੀ, ਇਹ ਸੀ ਉਹ ਸੀ, ਹੁਣ ਚਲਾ ਗਿਆ ਤਾਂ ਬੰਦਾ ਚਿੰਤਾ ਦੇ ਵਿੱਚ ਹੈ। ਅੱਗੇ ਆਉਣ ਵਾਲਾ ਪਤਾ ਨਹੀਂ ਕਿਸ ਤਰ੍ਹਾਂ ਦਾ ਸਮਾਂ ਆਉਣਾ ਹੈ। ਜਿਤਨਾ ਮਨੁੱਖ ਦੇ ਅੰਦਰ ਚਿੰਤਾ ਹੁੰਦੀ ਹੈ ਕਿ ਕਿਧਰੇ ਜੋ ਕੁਛ ਮੈਂ ਪ੍ਰਾਪਤ ਕੀਤਾ ਹੈ ਚਲਾ ਨਾ ਜਾਵੇ, तो अंदर चिंता है हर वक्त। चिंता दे विच महाराज कहते हैं कि माया चित्त भरमेण इष्ट मित्रेख बांधवै। माया दे विच फसे होए मनुख दा चित्त जड़ा है हर वक्त भटकिया रहेगा। हर वक्त वो टिके नहीं बैठ सकता, वो कभी भी उन्होंने टिकाऊ नहीं मिल सकता है। माया चित्त भरमैण, जितनी माया दी पकड़े उतना चित्त उसका भटकिया रहेगा, हर वक्त भटकिया रहेगा। तो ये ना सतसंगत भी टिक के बैठ सकेगा, ना नितनेम करन लगियां टिक के बैठ सकेगा, ना ये सिमरन करन लगियां टिक के बैठ सकेगा। टिकाओ मिलना नहीं, बार बार इसका ध्यान उस पास ही जाना है, उसी पासे। तो मैं कई बार देखदा लोग पाठ करते पे ने, हत्थ विच गुटके पकड़े हुए ने, मोबाइल चलते पे ने, गल्लां भी करी जाते हैं, काम धंधे भी करी जाते हैं, मन टिकदा नहीं है। बाबा अतर सिंह जी मस्तुआणे वाले बड़ी ब्रह्म ज्ञानी आत्मा सन। हजूर साहब चले सन, कुछ समा उत्थे रहना सी उन्होंने। किसी गुरसिख ने एक कपड़े दे विच थोड़ी जी माया बन के ना ते बाबा अतर सिंह जी नूं दे दित्ती भी तुसी है नाल रख लो, जिथे लोड़ पवे तुहानूं रस्ते दे विच जां हजूर साहब जाके इनू खर्च कर लेना तुसी, क्योंकि माया तो बिना कम नहीं चलते हैं। सुख तो बिना भी काम नहीं चलता, दुख तो बिना भी काम नहीं चलता है, नहीं चलता है। ये दोनों ही चीज़ां चाहिए। जैसे रात है तो दिन चाहिए, जो दिन है तो रात चाहिए, सुख है तो दुख चाहिए, जो दुख है तो सुख चाहिए वे। अगर ठंड है तो गर्मी चाहिए, जो गर्मी है तो ठंड चाहिए, जो हासा है तो रोना भी चाहिए वे, जो रोना है तो हासा भी चाहिए वे। हर चीज़ दे दो पहलू परमात्मा ने बनाए हैं। हर अगर पाप है तो पुण्य है, जब पुण्य है तो पाप है। हर चीज़ दे दो पहलू ने। हसन फकीर नूं उहदे चेले ने एक दिन पूछ लिया सी भी ये खुदा ने सुख तो बनाए ने क्योंकि वो सुखां दा खजाना है, ये दुख क्यों उन्हें बना दिता वे रब ने, खुदा ने। हसन फकीर नदी के किनारे खड़े सन, सोचते ने भी जे मैं इनू समझाया बोल बोल के शायद इनू ना ही समझ आवे। नदी किनारे खड़े सन, आख्या चल नाव च बैठ थोड़ी सैर करके आईए। हसन फकीर ने चप्पू खुद पकड़ लिया। एक चप्पू दे नाल उन्होंने बेड़ी नू चलाना शुरू कर दिता, सिर्फ एक चप्पू दे नाल। थोड़ा को अगे जाके किश्ती जड़ी है नाव
ਉਹ ਇੱਕ ਪਾਸੇ ਘੁੰਮਣ ਲੱਗ ਪਈ, ਕਿਉਂਕਿ ਇੱਕੋ ਹੀ ਚੱਪੂ ਮਾਰ ਰਹੇ ਸਨ। ਤੇ ਜਿਹੜਾ ਚੇਲਾ ਸੀ ਨਾ, ਜਿਹਨੇ ਪੁੱਛਿਆ ਸੀ ਵੀ ਰੱਬ ਨੇ, ਖੁਦਾ ਨੇ ਦੁੱਖ ਕਿਉਂ ਬਣਾਇਆ ਵੇ, ਕਹਿੰਦਾ ਉਸਤਾਦ ਜੀ, ਅਗਰ ਇੱਕ ਚੱਪੂ ਦੇ ਨਾਲ ਤੁਸੀਂ ਬੇੜੀ ਚਲਾਓਗੇ ਤਾਂ ਇਹ ਅੱਗੇ ਨਹੀਂ ਵਧੇਗੀ। ਇਹ ਜਿੱਥੇ ਹੈ ਉੱਥੇ ਹੀ ਘੁੰਮਦੀ ਰਹਿਣੀ ਹੈ, ਇਹ ਜਿੱਥੇ ਹੈ ਉੱਥੇ ਹੀ ਘੁੰਮਦੀ ਰਹੇਗੀ। ਹਸਨ ਫਕੀਰ ਹੱਸ ਪਏ, ਕਹਿੰਦੇ ਨੇ ਮੈਂ ਤਾਂ ਸਮਝਿਆ ਸੀ ਵੀ ਤੂੰ ਮੂਰਖ ਹੈ, ਪਰ ਤੂੰ ਤੇ ਬੜਾ ਸਿਆਣਾ ਬੰਦਾ ਹੈ, ਤੂੰ ਤੇ ਬੜਾ ਸਿਆਣਾ ਹੈ। ਚੇਲੇ ਨੇ ਪੁੱਛ ਲਿਆ ਵੀ ਉਹ ਕਿਸ ਤਰ੍ਹਾਂ? ਕਹਿੰਦੇ ਨੇ ਤੈਨੂੰ ਇਤਨੀ ਸਮਝ ਤਾਂ ਹੈ ਵੀ ਇੱਕ ਚੱਪੂ ਦੇ ਨਾਲ ਅਗਰ ਬੇੜੀ ਨੂੰ ਚਲਾਵਾਂਗੇ ਤਾਂ ਅੱਗੇ ਨਹੀਂ ਵਧੇਗੀ, ਇਹ ਗੋਲ ਗੋਲ ਘੁੰਮੇਗੀ। ਪਰ ਤੈਨੂੰ ਇਹ ਸਮਝ ਕਿਉਂ ਨਹੀਂ ਆਉਂਦੀ, ਜੇ ਇੱਕੋ ਹੀ ਚੱਪੂ ਹੋਇਆ ਜ਼ਿੰਦਗੀ ਦੇ ਵਿੱਚ, ਸਿਰਫ ਸੁੱਖ ਹੀ ਸੁੱਖ ਹੋਵੇ, ਕਿਆ ਜ਼ਿੰਦਗੀ ਦੀ ਕਸ਼ਤੀ ਅੱਗੇ ਵਧੇਗੀ? ਜੇ ਸੁੱਖ ਹੀ ਸੁੱਖ ਹੋਵੇ ਤਾਂ, ਜੇ ਦੁੱਖ ਹੀ ਦੁੱਖ ਹੋਵੇ, ਕਿਆ ਜ਼ਿੰਦਗੀ ਦੀ ਕਸ਼ਤੀ ਅੱਗੇ ਵਧੇਗੀ? ਇਹ ਦੋ ਚੱਪੂ ਪਰਮਾਤਮਾ ਨੇ ਬਣਾਏ ਨੇ, ਸੁੱਖ ਦੁੱਖ, ਦੁੱਖ ਸੁੱਖ, ਇਹ ਬੇੜੀ ਨੂੰ ਚਲਾਉਂਦੇ ਹਨ। ਅਗਰ ਦੁੱਖ ਹੀ ਦੁੱਖ ਹੋਣ, ਉਹ ਵੀ ਬੰਦਾ ਅੱਗੇ ਨਹੀਂ ਵੱਧ ਸਕਦਾ। ਜੇ ਸੁੱਖ ਹੀ ਸੁੱਖ ਹੋਵੇ, ਉਹ ਵੀ ਬੰਦਾ ਅੱਗੇ ਨਹੀਂ ਵੱਧ ਸਕਦਾ ਹੈ, ਕੋਈ ਵੀ ਨਹੀਂ। ਤਾਂ ਕਈਆਂ ਦੀ ਕਸ਼ਤੀ ਦੁੱਖਾਂ ਦੇ ਵਿੱਚ ਘੁੰਮਦੀ ਪਈ ਹੈ, ਕਿਸੇ ਦੀ ਸੁੱਖਾਂ ਦੇ ਵਿੱਚ ਘੁੰਮਦੀ ਪਈ ਹੈ, ਅੱਗੇ ਇੱਕ ਕਦਮ ਵੀ ਅੱਗੇ ਨਹੀਂ ਵੱਧਦੇ ਹਨ। ਤਾਂ ਖੈਰ ਮਾਇਆ ਉਸਨੇ ਬੰਨ ਕੇ ਦੇ ਦਿੱਤੀ, ਆਖਿਆ ਇਹ ਖਰਚ ਕਰ ਲੈਣਾ, ਹਜੂਰ ਸਾਹਿਬ ਜਾ ਰਹੇ ਹੋ ਤੁਸੀਂ। ਬਾਬਾ ਅਤਰ ਸਿੰਘ ਜੀ ਨੇ ਉਹ ਪੰਡ ਜਿਹੜੀ ਸੀ ਛੋਟੀ ਜਿਹੀ ਪੋਟਲੀ ਆਪਣੇ ਕੋਲ ਰੱਖ ਲਈ ਹੈ। ਪਹੁੰਚ ਗਏ ਹਜੂਰ ਸਾਹਿਬ। ਗੋਦਾਵਰੀ ਦੇ ਕਿਨਾਰੇ 'ਤੇ ਬੈਠ ਕੇ ਰੋਜ਼ਾਨਾ ਰਾਤ ਨੂੰ ਜਪਜੀ ਸਾਹਿਬ ਦੇ ਪਾਠ ਕਰਦੇ ਸਨ। ਬਹੁਤ ਸਾਰੇ ਛੋਟੇ ਛੋਟੇ ਕੰਕਰ ਆਪਣੇ ਕੋਲ ਰੱਖ ਲੈਣੇ, ਨੇਤਰ ਬੰਦ ਕਰਕੇ ਇੱਕ ਪਾਠ ਜਪਜੀ ਸਾਹਿਬ ਦਾ ਕਰਨਾ, ਇੱਕ ਪੱਥਰ ਚੁੱਕ ਕੇ ਤੇ ਗੋਦਾਵਰੀ ਸੁੱਟ ਦੇਣਾ, ਫਿਰ ਇੱਕ ਪਾਠ ਕਰਨਾ, ਇੱਕ ਪੱਥਰ ਚੁੱਕ ਕੇ ਗੋਦਾਵਰੀ ਵੀ ਸੁੱਟ ਦੇਣਾ। ਇਹ ਉਹਨਾਂ ਦਾ ਨਿੱਤ ਦਾ ਕਰਮ ਸੀ। ਜਿਹੜੀ ਉਹਨਾਂ ਦੇ ਕੋਲ ਮਾਇਆ ਦੀ ਪੋਟਲੀ ਸੀ ਨਾ, ਕੋਈ ਰਹਿਣ ਨੂੰ ਇਤਨੇ ਸਥਾਨ ਤਾਂ ਹੈ ਨਹੀਂ ਸਨ ਜਿਵੇਂ ਹੁਣ ਬਹੁਤ ਸਾਰੇ ਸਥਾਨ ਬਣ ਗਏ ਨੇ, ਕਮਰੇ ਬਣ ਗਏ ਨੇ, ਹੋਟਲ ਬਣ ਗਏ ਨੇ। ਉਹਨਾਂ ਨੇ ਆਪਣੀ ਇਸ ਮਾਇਆ ਦੀ ਪੋਟਲੀ ਨੂੰ ਜਿੱਥੇ ਬੈਠਦੇ ਸਨ, ਉੱਥੇ ਹੀ ਕੋਲ ਹੀ ਇੱਕ ਝਾੜੀਆਂ ਦੇ ਵਿੱਚ ਛੋਟਾ ਜਿਹਾ ਇੱਕ ਖੱਡਾ ਖੋਦ ਕੇ ਤੇ ਉਹਦੇ ਵਿੱਚ ਦੱਬ ਦਿੱਤੀ, ਜ਼ਮੀਨ ਦੇ ਵਿੱਚ ਪੰਡ ਨੂੰ ਦੱਬ ਦਿੱਤਾ ਵੀ ਕਿੱਥੇ ਇਹਨੂੰ ਚੁੱਕਦਾ ਫਿਰਾਂਗਾ ਮੈਂ ਰੋਜ਼ ਹੀ। ਜਦੋਂ ਪਾਠ ਕਰਨ ਬਹਿੰਦੇ ਨੇ, ਥੋੜ੍ਹੀ ਜਿਹੀ ਸੁਰਤ ਜੁੜਨ ਲੱਗਦੀ ਹੈ ਤੇ ਧਿਆਨ ਉਸ ਪੰਡ ਵੱਲ ਚਲਾ ਜਾਂਦਾ ਹੈ। ਜਿਹੜੀ ਮਾਇਆ ਦੀ ਪੰਡ ਦੱਬੀ ਹੈ ਜ਼ਮੀਨ ਦੇ ਵਿੱਚ, ਥੋੜ੍ਹੀ ਜਿਹੀ ਸੁਰਤ ਜੁੜਨ ਲੱਗਦੀ ਹੈ, ਫਿਰ ਧਿਆਨ ਉੱਧਰ ਚਲਾ ਜਾਂਦਾ ਹੈ। ਫਿਰ ਕੋਸ਼ਿਸ਼ ਕਰਦੇ ਨੇ ਜੋੜਨ ਦੀ, ਫਿਰ ਕੋਸ਼ਿਸ਼ ਕਰਦੇ ਨੇ, 1 ਦਿਨ 2 ਦਿਨ 3 ਦਿਨ ਨਿਕਲ ਗਏ, ਸੁਰਤ ਜੁੜੇ ਹੀ ਨਾ, ਜੋ ਆਨੰਦ ਆਉਣਾ ਚਾਹੀਦਾ ਸੀ ਆਵੇ ਹੀ ਨਾ। ਹਰ ਵੇਲੇ ਧਿਆਨ ਉੱਧਰ ਜਾ ਰਿਹਾ। ਕੱਢ ਕੇ ਪੰਡ ਉਹ ਜ਼ਮੀਨ ਦੇ ਵਿੱਚੋਂ ਤੇ ਗੋਦਾਵਰੀ ਦੇ ਵਿੱਚ ਸੁੱਟੀ। ਆਖਿਆ ਇਹ ਨਿੱਕੀ ਜੀ ਪੰਡ ਨੇ ਮੈਨੂੰ ਵਕਤ ਪਾਇਆ ਹੋਇਆ, ਇਹ ਧਿਆਨ ਜੁੜਨ ਹੀ ਨਹੀਂ ਦਿੰਦੀ ਮੇਰੀ, ਹਰ ਵਕਤ ਮੇਰਾ ਧਿਆਨ ਇਸ ਦੇ ਵਿੱਚ ਹੈ। ਅਰਦਾਸ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਵੀ, ਹੈ ਸੱਚੇ ਪਾਤਸ਼ਾਹ, ਇਹ ਤੇਰੀ ਪੰਡ, ਇਹ ਤੇਰੇ ਚਰਨਾਂ ਦੇ ਵਿੱਚ ਹੈ, ਸੰਭਾਲ ਇਸ ਨੂੰ, ਇਹ ਤਾਂ ਮੈਨੂੰ ਟਿਕਣ ਹੀ ਨਹੀਂ ਦਿੰਦੀ। ਪਤਾ ਨਹੀਂ ਕਿਸ ਤਰ੍ਹਾਂ ਲੋਕ ਵੱਡੀਆਂ ਵੱਡੀਆਂ ਪੰਡਾਂ ਆਪਣੇ ਸਿਰ 'ਤੇ ਰੱਖ ਕੇ ਤੇ ਜੀਵਨ ਜੀ ਰਹੇ ਹਨ। ਕੋਈ ਪਾਪਾਂ ਦੀ ਪੰਡ ਸਿਰ 'ਤੇ ਰੱਖੀ ਬੈਠਾ ਹੋਵੇ, ਕੋਈ ਪਰਿਵਾਰਾਂ ਦੇ ਬੋਝ ਸਿਰ 'ਤੇ ਰੱਖੀ ਬੈਠਾ ਹੋਵੇ, ਕੋਈ ਕਾਰੋਬਾਰਾਂ ਦੇ ਬੋਝ ਦੀਆਂ ਪੰਡਾਂ ਸਿਰ 'ਤੇ ਰੱਖੀ ਬੈਠਾ ਹੋਵੇ। ਕਿਵੇਂ ਧਿਆਨ ਜੁੜਦਾ ਹੋਵੇਗਾ? ਅੱਜ ਕੱਲ੍ਹ ਹੁਣ ਜਿਵੇਂ ਦੇਖਦੇ ਹਾਂ ਅਸੀਂ, ਸਾਧੂ ਸੰਤ ਜਿਹੜੇ ਤਿਆਗੀ ਬੈਰਾਗੀ ਬਣੇ ਪਏ ਨੇ, ਜਿਨ੍ਹਾਂ ਦੇ ਬੈਂਕ ਅਕਾਊਂਟ ਪੈਸਿਆਂ ਨਾਲ, ਧਨ ਨਾਲ ਭਰੇ ਪਏ ਨੇ, ਵੱਡੀਆਂ ਵੱਡੀਆਂ ਜ਼ਮੀਨਾਂ ਦੇ ਮਾਲਕ ਨੇ, ਵੱਡੇ ਵੱਡੇ ਡੇਰੇਦਾਰ ਨੇ, ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਦੀ ਸੁਰਤ ਜੁੜਦੀ ਹੋਵੇਗੀ, ਪਤਾ ਨਹੀਂ ਕਿਸ ਤਰ੍ਹਾਂ। ਇੱਕ ਨਿੱਕੀ ਜੀ ਪੰਡ ਨੇ ਮੈਨੂੰ ਵਕਤ ਪਾਇਆ ਹੋਇਆ ਹੈ। ਗੁਰਬਾਣੀ ਕਹਿੰਦੀ ਹੈ ਕਿ ਫਰੀਦਾ ਦਰ ਦਰਵੇਸੀ ਗਾਖੜੀ ਚੱਲਾਂ ਦੁਨੀਆ ਪੱਤ,
बन उठाई पोटली कित्थे वंजां कत। इस सिर ते जिहड़ी पंड रखी हुई है ना, इनू मैं कित्थे सुट्टां। बड़ा औखा है तेरे दर दी चाकरी करना, बड़ा मुश्किल काम है जुड़ के बैठना। ये मैं पंड नूं कित्थे सुट्टां हुण। बन उठाई पोटली कित्थे वंजां कत, इनू कित्थे सुट्टां मैं, क्योंकि ध्यान हर वक्त इहदे विच ही जांदा है। सतगुरु गुरु अर्जन देव जी महाराज कहते हैं कि दुनिया का यह हाल है कि विकार पाथर गले बांधे निंद पोट सिराए, महासागर समुंद लगना लंघना पार न परना पाए। वड्डियां वड्डियां पंडां सिर ते बनिया हुई ने ते सागर तो पार जाना मैं किवें जाएगा। बड़ियां बड़ियां पंडां सिर ते बन्नी बैठे हैं, किवें पार लंघांगे, इन्हें डुबना ही है ना। तो सतगुरु कहते हैं हम देखा तह डूबी हले, हर वेले डुबिया ही पिया है बंदा। बस जिन्हों ने अपने सिर दे उत्तों ये पंडां उतार दित्तियां ने, ये चिंतावां उतार दित्तियां ने, वो तो उम्मीद की जा सकती है कि एक दिन पार हो जाणगे। नहीं तो फिर चीता जिहदे उत्ते बिंदी ला दीए तो चिंता बन जाती है। चिंता अगर उहदी बिंदी हटा दी जाए तो फिर चिता बन जाती है। अगर बिहारी की जगह सिहारी ला दीए तो फिर चिता बन जाती है। चिंता ही मनुख नूं इस तरह साड़ के रख देंदी है जिवें चिता दे उत्ते मुर्दे चढ़ते हैं, इस तरह ही गाल के रख देंदी है। बस इस तरह ही मनुख खत्म हो जाता है। ताई ते भाई वीर सिंह जी ने आख्या ना भी बीत गई दी याद पई हड्डां नूं खावे, आउण वाले दा सहम पिया मन नूं तड़पावे। चिंता ही मनुख नूं खा जाती है। सतगुरु कहंदे ने तू चिंता ना कर, ये जिहड़ी चिंता दी बिंदी है ना, इनू पूरा कर, चिंतन कर। चीता चिंता चिता और चिंतन, अगर चिंता नूं असी चिंतन दे विच तब्दील कर दईए तो फिर महाराज कहंदे ने कि तेरा पार उतरना कोई रोक नहीं सकता है। फिर तू संसार सागर तो पार हो सकदा मैं। ते चिंता उतरेगी किस तरह? गुर का शब्द राख मन माहे, गुर का शब्द राख मन माहे, नाम सिमर चिंता सब जाहे। परमेश्वर दा नाम अपने हृदय दे विच रख, सारी चिंता तेरी चली जाएगी। विश्वास रख परमेश्वर दे उत्ते, जो होंदा है वो होंदा है, जो नहीं होंदा वो नहीं होंदा है। जैसे भगत कबीर साहब कहते हैं कि स्वान स्याल माया महराता, बंतर चीते अर सिंघाता, मांजार गाडर अर लूबरा, बिरख मूल माया में परा। इस सारी माया दे विच रंगे होए ने। ते कबीर साहब कहते ने कह कबीर जिस उदर तिस माया, जिसनू रब ने ढिड लाया ना माया, उहदे उत्ते व्यापदी है, जरूर व्यापदी है। उन्हें दुखी होना ही होना है, कोई बच नहीं सकता है। दुख तो कौन बच सकिया है? इत्थों तक कि अवतार भी नहीं बच सके हैं। पंडित गुलाब सिंह जी का एक सवैया है, जै नाम उचारत दुख मिटे, वो राम गए पद स्यों बनमाही। जिस राम का नाम लैण दे नाल दुख दूर होंदे ने, वो राम खुद पैदल चल के ते बनवास विच गए हैं। मथुरा तजकान बनी अपदा, मुचकंद हरी तिनकी गिरमाही। कृष्ण नूं मथुरा का त्याग करना पिया जद इहदे उत्ते अटैक होया सी जरासंध दा, तो इसनूं मुचकंद ऋषि दे पिछे लुक के अपनी जान बचानी पई। मथुरा छोड़ के द्वारका जाना पिया। जन्म जेल दी काल कोठड़ी दे विच आउंदा है। क्या उन्होंने दुख नहीं भोगे हैं? बलबीर पिता रघुबीर पिता, दुख लोग समान लहे भव माही।
ਇਹ ਜਿਹੜੇ ਰਾਮ ਹੈ, ਕ੍ਰਿਸ਼ਨ ਨੇ, ਹੋਰ ਅਵਤਾਰ ਨੇ, ਇੱਕ ਆਮ ਮਨੁੱਖ ਦੀ ਤਰ੍ਹਾਂ ਦੁੱਖ ਸਹਿਨ ਕਰਦੇ ਹਨ, ਆਮ ਮਨੁੱਖ ਦੀ ਤਰ੍ਹਾਂ, ਕਿਉਂਕਿ ਰੱਬ ਨੇ ਪੇਟ ਲਾਇਆ, ਮਾਇਆ ਤੇ ਵਿਆਪਣੀ ਹੈ, ਦੁੱਖ ਵੀ ਹੋਣਾ ਹੀ ਹੈ। ਕਹੋ ਰੇ ਨਰ ਕੌਣ ਸੁਖੀ ਜਗ ਮੈਂ, ਕਿਹੜਾ ਬੰਦਾ ਹੈ ਜਿਹੜਾ ਸੰਸਾਰ ਵਿੱਚ ਸੁਖੀ ਹੈ। ਕਹੋ ਰੇ ਨਰ ਕੌਣ ਸੁਖੀ ਜਗ ਮੈਂ, ਤਨ ਧਾਰ ਕੇ ਜੋ ਦੁੱਖ ਪਾਵਤ ਨਾਹੀ। ਜਿਹਨੇ ਮਨੁੱਖਾ ਤਨ ਧਾਰਨ ਕੀਤਾ ਹੋਵੇ ਜਾਂ ਕੋਈ ਵੀ ਤਨ ਧਾਰਨ ਕੀਤਾ ਹੋਵੇ ਤੇ ਉਹਨੇ ਦੁੱਖ ਨਾ ਪ੍ਰਾਪਤ ਕੀਤੇ ਹੋਣ, ਇਹ ਹੋ ਨਹੀਂ ਸਕਦਾ ਹੈ। ਕਬੀਰ ਸਾਹਿਬ ਕਹਿੰਦੇ ਨੇ ਕਿ ਕਹਿ ਕਬੀਰ ਜਿਸ ਉਦਰ ਤਿਸ ਮਾਇਆ, ਜਿਸ ਨੂੰ ਪੇਟ ਲੱਗਾ ਹੋਇਆ ਮਾਇਆ ਆਪ ਨੂੰ ਵਿਆਪੇਗੀ ਵਿਆਪੇਗੀ। ਮਾਇਆ ਨੇ ਉਸ ਨੂੰ ਗ੍ਰਸਣਾ ਹੈ, ਦੁਖੀ ਕਰਨਾ ਹੀ ਕਰਨਾ ਹੈ। ਪਰ ਕਬੀਰ ਸਾਹਿਬ ਕਹਿੰਦੇ ਨੇ ਕਿ ਤਬ ਛੋਟੇ ਜਬ ਸਾਧੂ ਪਾਇਆ, ਮਾਇਆ ਕਲੋ ਤਾਂ ਹੀ ਛੁੱਟ ਸਕਦੇ ਹਾਂ ਜੇ ਸਾਧੂ ਸਤ ਸੰਗਤ ਦੀ ਸਾਨੂੰ ਪ੍ਰਾਪਤੀ ਹੋ ਜਾਵੇ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੋਕੇ ਕਾਸ਼ਟ ਹਰਿਆ। ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਓ। ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਨੂੰ ਸਤ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਫਿਰ ਮਰਨੇ ਕੀ ਚਿੰਤਾ ਨਹੀਂ, जीवन की नहीं आस, तू सर्व जियां प्रतिपाल ही लेखे सास। ग्रास अंतर गुरमुख तू वसे ज्यों पावे त्यों निर्जास। जिस दे अंदर परमेश्वर वस जाता ना, फिर उन्होंने परमेश्वर का फिर पाना चंगा लगता भी जो होंदा है वो होंदा है, जो नहीं होंदा वो नहीं होंदा है। वो फिर सब कुछ परमेश्वर के उत्ते छोड़ देंदा है। सो चिंता छाड़ अचिंत रहो, चिंता नूं छोड़िए, चिंतन करिए परमेश्वर दा, ताकि ये जिहड़ी माया है इस तो असी छुट सकीए। सतगुरु सच्चे पातशाह जी मेहर करन, किरपा करन। एक जीव होर रह गया जिहदी विचार असी करनी है, फिर जिहड़ा प्रकरण है ये सारा मुकम्मल हो जाएगा। फिर एक धन्नवाद दा एपीसोड होर असी नाल बनावांगे, कित्थों ये सफ़र शुरू होया तो कित्थे आके समाप्त होया है। फेसबुक पे जो आप सरवण कर रहे हो, ज़रूर फेसबुक पेज आप लाइक करो, शेयर करो। यूट्यूब ते सारी कथा मिल जाती है, आप उत्थे भी सरवण कर सकते हो। चैनल कथा सागर मनमोहन सिंह निमाणा, उसनों आप सबसक्राइब करो। यही तुहाडे वल्लों दित्ती हुई सब तो वड्डी प्रेम भेटा है। भुल्लां चुक्कां दी क्षमा। सारियां दा धन्नवाद। वाहिगुरू जी का खालसा, वाहिगुरू जी की फतेह।